ओके बेटा ਅਸੀਂ ਕਰ ਰਹੇ ਸੀ ਨੋਰਮਲ ਕੋਆਰਡੀਨੇਟਸ ਮੋਡਸ ਔਰ ਫ੍ਰੀਕੁਐਂਸੀਜ਼ ਇਹ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਐਕਸ ਵਾਈ ਜਿਹੜੇ ਡਿਪੈਂਡੈਂਟ ਵੇਰੀਏਬਲਸ ਨੇ ਇਹਨਾਂ ਨੂੰ ਅਸੀਂ ਨੋਰਮਲ ਕੋਆਰਡੀਨੇਟਸ ਬੋਲਦੇ ਹਾਂ। ਤਾਂ ਹੁਣ ਜਿਹੜੇ ਐਕਸ ਔਰ ਵਾਈ ਵਾਲੇ ਮੋਡਸ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਤੁਹਾਡੇ ਕੋਲ ਦੋ ਇਕੁਏਸ਼ਨ ਜਿਹੜੇ ਤੁਸੀਂ ਸੋਲਵ ਕੀਤੀਆਂ ਸੀਗੀਆਂ, ਠੀਕ ਹੈ। ਹੁਣ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਫ੍ਰੀਕੁਐਂਸੀ ਓਮੇਗਾ 1 ਹੈ, ਇਹਦੀ ਫ੍ਰੀਕੁਐਂਸੀ ਜਿਹੜੀ ਆ ਉਹ ਓਮੇਗਾ 2 ਹੈ, ਠੀਕ ਹੈ। ਓਮੇਗਾ 1 ਜਿਹੜੀ ਆ ਉਹ ਸਿੰਪਲੀ √G/L ਹੈਗੀ ਹੈ ਤੁਹਾਡੇ ਕੋਲ। ਓਮੇਗਾ 2 ਜਿਹੜੀ ਆ ਉਹ G/L ਦੇ ਵਿੱਚ ਕੁਛ ਜਿਹੜੀ ਟਰਮ ਹੈ ਉਹ ਐਡ ਹੈ ਵਿਚ ਇਜ਼ 2S/m। ਇਹ ਦੋ ਜਿਹੜੀਆਂ ਫ੍ਰੀਕੁਐਂਸੀਜ਼ ਨੇ ਇਹਨਾਂ ਨੂੰ ਅਸੀਂ ਬੋਲਦੇ ਹਾਂ ਕੈਰੈਕਟਰਿਸਟਿਕ ਫ੍ਰੀਕੁਐਂਸੀਜ਼ ਜਿਹੜੀਆਂ ਨੇ XY ਮੋਡ ਦੀਆਂ, ਠੀਕ ਹੈ। ਤਾਂ ਐਕਸ ਮੋਡ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਤੁਹਾਡੀ ਜਿਵੇਂ ਤੁਸੀਂ ਪਹਿਲੇ ਪੜ੍ਹਦੇ ਸੀਗੇ ਆਪਣਾ ਦ ਸਿੰਪਲ ਹਾਰਮੋਨਿਕ ਆਸੀਲੇਟਰ, ਉਹਦੇ ਵਿੱਚ ਤੁਸੀਂ ਉਦੋਂ ਵੀ ਦੇਖਿਆ ਸੀ ਕਿ G/L ਹੀ ਹੁੰਦੀ ਹੈ। तो फ्रीकुएंसी ऑफ द एक्स मोड इज सेम एज दैट ऑफ नेचुरल फ्रीकुएंसी ऑफ द ਜਿਹੜਾ ਈਦਰ ਪੈਂਡੂਲਮ ਇਨ ਆਈਸੋਲੇਸ਼ਨ। तो जिमें मतलब अलग अलग अगर ऑसलेटर्स हो, अगर ਤੁਹਾਡੇ ਕੋਲ अलग अलग ऑसलेटर्स ਹੋਣ मतलब कि ਤੁਹਾਡੇ ਕੋਲ ਸਿੰਪਲ ਪੈਂਡੂਲਮਸ अलग अलग ਹੋਣ ਤਾਂ ਉਦੋਂ ਜਿਹੜੀ ਫ੍ਰੀਕੁਐਂਸੀ ਉਹੀ G/L ਹੀ ਹੁੰਦੀ ਆ। ਤਾਂ ਇੱਥੇ ਵੀ ਨੋਰਮਲ ਮੋਡ ਦੀ ਵੀ G/L ਹੀ ਆ। ਪਰ ਜਿਹੜਾ ਦੂਸਰਾ ਹੈਗਾ ਤੁਹਾਡਾ G2 ਉਹਦੀ ਥੋੜ੍ਹੀ ਜਿਹੀ ਐਡ ਹੈਗੀ, ਮਤਲਬ ਇਹ ਨੋਰਮਲ ਜਿਹੜੀ ਨੈਚੁਰਲ ਫ੍ਰੀਕੁਐਂਸੀ ਓਮੇਗਾ ਨੋਟ ਹੈ, ਓਮੇਗਾ ਨੋਟ ਥੋੜ੍ਹੀ ਜਿਹੀ ज़्यादा हैगी, मतलब 2S/m रूट के नाल उहदे विच एडिशन होके फिर तुहाडे कोल ओमेगा 2 जिहड़ा वो बन जाता है। हुण असीं देखते हाँ कि इन फेज एंड आउट ऑफ फोज मोड अगर तुसीं देखो कि कपल्ड ऑसलेटर्स है वो मतलब बिल्कुल हुण असीं बिल्कुल सिंपलेस्ट केस दे विच नॉर्मल मोड दे विच असीं कर रहे हैं। सपोज करो कि एक फेज जिहड़ा वा मतलब वो एक मोड दे विच ही चलदा, दूसरे मोड च नहीं चलदा। अगर असीं इस तरह लै लईए, अगर ਅਸੀਂ ਸਪੋਜ਼ ਕਰੀਏ ਕਿ ਜਿਹੜਾ ਕਪਲ ਸਿਸਟਮ ਹੈ ਉਹ ਐਕਸ ਮੋਡ ਨੂੰ ਐਗਜ਼ੀਕਿਊਟ ਕਰ ਰਿਹਾ ਔਰ ਵਾਈ ਮੋਡ ਉਹਦਾ ਐਬਸੈਂਟ ਹੈ। ਅਗਰ ਉਹ ਐਕਸ ਮੋਡ ਨੂੰ ਐਗਜ਼ੀਕਿਊਟ ਕਰ ਰਿਹਾ ਅਤੇ ਵਾਈ ਮੋਡ ਜਿਹੜਾ ਉਹਦਾ ਉਹ ਐਬਸੈਂਟ ਹੈ। ਐਕਸ ਮੋਡ ਤੁਹਾਡੇ ਕੋਲ ਕੀ ਸੀਗਾ, ਐਕਸ ਮੋਡ ਮਤਲਬ ਐਕਸ ਨੂੰ ਤੁਸੀਂ ਫਿਲ ਕੀਤਾ ਸੀ A+B, ਵਾਈ ਨੂੰ ਤੁਸੀਂ ਫਿਲ ਕੀਤਾ ਸੀ A-B। ਹੁਣ ਵਾਈ ਮੋਡ ਐਬਸੈਂਟ ਹੈ ਤਾਂ ਮਤਲਬ ਵਾਈ ਦੀ ਵੈਲਿਊ 0 ਹੈ, ਠੀਕ ਹੈ ਨਾ। ਤਾਂ ਇਹਦਾ ਮਤਲਬ x - ਵਾਈ ਦੀ ਵੈਲਿਊ 0 ਹੈ, ਮਤਲਬ x = y, ਠੀਕ ਹੈ। तो ਇਹਦਾ ਮਤਲਬ ਇਹ ਹੈ ਕਿ ਜਿੰਨੀ ਡਿਸਪਲੇਸਮੈਂਟ ਤੁਹਾਡੀ P1 ਦੇ ਵਿੱਚ ਹੈ ਉਨੀ ਹੀ ਡਿਸਪਲੇਸਮੈਂਟ P2 ਦੇ ਵਿੱਚ ਹੈ। ਜਿੰਨੀ ਡਿਸਪਲੇਸਮੈਂਟ ਤੁਹਾਡੀ ਇੱਥੇ ਇਹ ਫਸਟ ਵਾਲੇ ਪੈਂਡੂਲਮ ਦੀ ਉਨੀ ਹੀ ਅਗਲੇ ਵਾਲੇ ਦੀ ਵੀ ਹੈ, ਠੀਕ ਹੈ। ਇਹ ਐਕਚੁਅਲੀ ਇਹ ਇੱਥੇ ਅਟੈਚ ਹੋਣਾ ਸੀਗਾ ਤੁਹਾਡਾ, ਇਹ ਡਾਇਗਰਾਮ ਥੋੜ੍ਹੀ ਗਲਤ ਹੈ, ਬਣਾ ਲੈਣਾ ਇਹਨੂੰ, ਠੀਕ ਕਰ ਲੈਣਾ ਕਿ ਕਿਉਂਕਿ ਇਹ ਤਾਂ ਇਹ ਇਨੀਸ਼ੀਅਲ ਪੋਜੀਸ਼ਨ ਹੈ ਨਾ ਇਹਦੀ, ਇਹ ਅੱਗੋਂ ਚੇਂਜ ਹੋਇਆ ਅਤੇ ਇਸ ਤਰੀਕੇ ਨਾਲ ਇਹ ਜਿਹੜਾ ਇਹ ਤੁਹਾਡਾ ਇਨ ਫੇਜ਼ ਮੋਡ ਆਉਂਦਾ, ठीक है। इस तरह का जोड़ा फेज है, इस तरह जो मोड है उन्होंने असीं बोलते इन फेज, मतलब है जो दोनों की डिसप्लेसमेंट है वो सेम होए, ठीक है। इधर इधर नूं या फिर उधर नूं किसी भी तरीके नूं। तो जो तुहाडा वाई एप 0 है तो उस टाइम तो एक्स की वैल्यू वाई की इक्वल ही होएगी, ठीक है जी। तो इस तरीके नाल जिहड़ा तुहाडा इन फेज मोड है उहदे विच एक्स वाई दे इक्वल हुंदा है। सिमिलरली अगर तुसीं देखो कि वाई मोड एग्जीक्यूट करे मतलब वो एक्स मोड एबसेंट है, एक्स की वैल्यू 0 है, ਇਹਦਾ ਮਤਲਬ x + y ਦੀ ਵੈਲਿਊ 0 ਹੈ ਅਤੇ ਇਹਦਾ ਮਤਲਬ x ਦੀ ਵੈਲਿਊ -y ਹੈ, ਠੀਕ ਹੈ। x ਦੀ ਵੈਲਿਊ -y, ਇਹਦਾ ਮਤਲਬ ਇਹ ਹੈ ਕਿ ਜਿੱਧਰ ਨੂੰ x ਹੋਏਗਾ y ਉਹ ਤੋਂ ਓਪੋਜ਼ਿਟ ਹੋਏਗਾ, ਠੀਕ ਹੈ। ਅਗਰ ਤੁਹਾਡਾ x ਇੱਧਰ ਨੂੰ ਹੈ ਅਤੇ y ਤੁਹਾਡਾ ਇੱਧਰ ਨੂੰ ਹੈ, ਓਪੋਜ਼ਿਟ ਡਾਇਰੈਕਸ਼ਨ ਹੋ ਗਈ। ਤਾਂ ਜਿਹੜਾ ਇਹ ਵਾਲਾ ਮੋਡ ਹੈ ਮਤਲਬ ਬਾਹਰ ਨੂੰ ਨਿਕਲ ਰਹੇ ਆ, ਠੀਕ ਹੈ। ਇਹ ਤੁਹਾਡਾ ਆਊਟ ਆਫ ਫੇਜ਼ ਮੋਡ ਹੈ। ਸਿਮਿਲਰਲੀ ਇਹ ਵਾਲਾ ਮੋਡ ਜਿਹੜਾ ਹੈ C ਵੀ ਹੈ, C ਵੀ ਤੁਹਾਡਾ ਆਊਟ ਆਫ ਫੇਜ਼ ਹੀ ਹੈ, ਮਤਲਬ ਇਹ ਵੀ ਤੁਹਾਡਾ ਅੰਦਰ ਨੂੰ ਜਾ ਰਹੇ ਹੈ। मतलब अगर ये थोड़ी एक्स इधर नूं तो वाई भी इधर नूं है, मतलब वाई ओपोजिट डायरेक्शन च हो गई ना। तो इस तरीके नाल जिहड़े इस तरह की यह जिहड़े दोनों आउट ऑफ फेज मोड नूं तुहाडी रिप्रजेंट करदी पई डायग्राम्स, ते यह वाला जिहड़ी डायग्राम है तुहाडी इन फेज मोड नूं रिप्रजेंट करदी पई है। उस तो बाद एक छोटी जी चीज़ हैगी है वो हैगी है शेप एंड कॉन्फिगरेशन ऑफ मोड, मतलब किहड़ी जिहड़ी उहदी कॉन्फिगरेशन है उहदे अकॉर्डिंग हैगा तुहाडा, ठीक है। एक्स और वाई जिहड़ी उहदी रेशो जिहड़ी है वो तुहानूं दसदी है कि की उहदी शेप हैगी है, ठीक है। अगर तुहाडे कोल इन फेज मोड होए, अगर तुहाडे कोल इन फेज मोड होवे तो इहदा मतलब की है इन फेज मोड दे विच तुसीं देख सकते हो कि वाई मोड एबसेंट सीगा ते उत्थे एक्स दी वैल्यू वाई दे इक्वल सी। तो अगर तुसीं x/y नूं निकालदे हो तो x/x आ जांदा, मतलब +1 आ जांदा। सिमिलरली अगर तुसीं आउट ऑफ फेज मोड लई निकालदे हो तो उहदे विच x तुहाडा की सीगा एक्स तुहाडा सीगा -y या फिर y नूं लिख लो -x, तो इहदी वैल्यू तुहाडे कोल -1 आंदी है।
ਤਾਂ ਇਸ ਤਰ੍ਹਾਂ ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਸ਼ੇਪ ਕੀ ਹੁੰਦੀ ਹੈ ਇਨ ਫੇਜ਼ ਮੋਡ ਦੀ ਜਾਂ ਆਊਟ ਆਫ ਫੇਜ਼ ਮੋਡ ਦੀ, ਤਾਂ ਉਹ ਤੁਸੀਂ x/y ਜਿਹੜੀ ਹੈ ਉਹਦੀ ਤੁਸੀਂ ਨਿਕਾਲ ਸਕਦੇ ਹੋ। ਉੱਧਰ +1 ਹੈ ਤਾਂ ਉਹਦੀ ਵੈਲਿਊ -1 ਹੈ। ਇਸ ਤੋਂ ਇਲਾਵਾ ਨੈਕਸਟ ਪਾਰਟ ਵਿੱਚ ਹੁੰਦੇ ਨੈਕਸਟ ਆਰਟੀਕਲ ਜਿਹੜਾ ਅਸੀਂ ਕਰਾਂਗੇ ਉਹ ਅਸੀਂ ਕਰਾਂਗੇ ਸੋਲਿਊਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨਸ ਜਿਹੜੇ ਨੇ, ਮਤਲਬ ਨੋਰਮਲ ਮੋਡ ਦੇ ਲਈ ਅਸੀਂ ਸਿਰਫ ਸਿੰਪਲ ਜਿਹੜੇ ਸੋਲਿਊਸ਼ਨ ਜਿਹੜੇ ਉਹ ਅਸੀਂ ਕਰਾਂਗੇ।